ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ। ਦੇਸ਼ ਦੁਨੀਆ ਵਿੱਚ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸੋ ਸਭ ਤੋਂ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਸੂਬਾਈ ਖਬਰਾਂ ਤੇ। ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹਲੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਜਾਰੀ ਹੈ ਤੇ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਹੋਈਆਂ ਨੇ ਉਹ ਸਭ ਬੇਸਿੱਟਾ ਟਰ ਰਹੀਆਂ ਨੇ। ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਇੱਕੋ ਹੀ ਮੰਗ ਹੈ ਕਿ ਇਹਨਾਂ ਤਿੰਨੋਂ ਖੇਤੀ ਕਾਨੂੰਨ ਰੱਦ ਕੀਤਾ ਜਾਵੇ ਅਤੇ ਇਸ ਸੰਬੰਧੀ ਕੇਂਦਰ ਸਰਕਾਰ ਦੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨਾਲ ਅੱਜ ਮੁੜ ਤੋਂ ਬੈਠਕ ਹੋਈ ਹੈ। ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਨਸਾ ਦੇ ਪਿੰਡ ਭਾਦਰਾ ਦਾ ਵਾਸੀ ਸੀ ਇਹ ਕਿਸਾਨ। ਦਿੱਲੀ ਧਰਨੇ ਦੇ ਵਿੱਚ ਸ਼ਾਮਲ ਸੀ 31 ਸਾਲਾ ਕਿਸਾਨ ਜਗਸੀਰ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਮੋਰਚੇ ਤੇ ਡਟਿਆ ਹੋਇਆ ਸੀ। ਟਰੱਕ ਦੀ ਲਪੇਟ ਦੇ ਵਿੱਚ ਆਉਣ ਨਾਲ ਕਿਸਾਨ ਦੀ ਮੌਤ ਹੋਈ ਹੈ। ਕਿਸਾਨ BKU ਉਗਰਾਹਾ ਦਾ ਮੈਂਬਰ ਦੱਸਿਆ ਜਾਂਦਾ ਹੈ। ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਹੋਈ ਅਹਿਮ ਬੈਠਕ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਤੇ ਨਾਲ ਹੀ ਕਈ ਅਹਿਮ ਫੈਸਲਿਆਂ ਤੇ ਵੀ ਮੋੜ ਲੱਗੀ ਹੈ। ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਜੇਕਰ ਹੁਣ ਕਿਸੇ ਪ੍ਰਾਈਵੇਟ ਸਿਕਿਉਰਿਟੀ ਏਜੰਸੀ ਨੇ ਕੈਸ਼ ਡਿਲੀਵਰ ਕਰਨਾ ਹੋਵੇਗਾ ਤਾਂ ਉਸ ਨੂੰ ਲਾਇਸੈਂਸ ਲੈਣਾ ਹੋਵੇਗਾ। ਬਿਨਾਂ ਲਾਇਸੈਂਸ ਕੈਸ਼ ਡਿਲੀਵਰ ਨਹੀਂ ਕੀਤਾ ਜਾਵੇਗਾ। ਕੈਬਨਿਟ ਨੇ ਦੂਜਾ ਮਹੱਤਵਪੂਰਨ ਫੈਸਲਾ ਇਹ ਕੀਤਾ ਹੈ ਕਿ ਹੁਣ ਸੂਬੇ ਦੇ ਵਿੱਚ ਜਿਹੜੀ ਵੀ ਨਵੀਂ ਭਰਤੀ ਕੀਤੀ ਜਾਵੇਗੀ ਕੇਂਦਰ ਦੇ 7ਵੇਂ ਪੇ ਕਮਿਸ਼ਨ ਦੇ ਆਧਾਰ ਤੇ ਹੀ ਇਹ ਨਵੀਂ ਭਰਤੀ ਹੋਵੇਗੀ। ਪੰਜਾਬ ਸਰਕਾਰ ਇਸ ਸਬੰਧ ਦੇ ਵਿੱਚ ਸੋਧ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 10 ਵਿਭਾਗਾਂ ਨੂੰ ਮੁੜ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਕਰੀਬ 50,000 ਨੌਕਰੀਆਂ ਦਿੱਤੀਆਂ ਜਾਣਗੀਆਂ। ਸਾਸਨ ਅਮਰਿੰਦਰ ਸਿੰਘ ਬਿੱਟੂ ਦੇ ਖਿਲਾਫ ਭਾਜਪਾ ਵਰਕਰਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਹੀ ਨਹੀਂ ਵਰਕਰਾਂ ਦੇ ਵੱਲੋਂ ਰੋਹ ਵਿੱਚ ਆ ਕੇ ਅਮਰਿੰਦਰ ਸਿੰਘ ਬਿੱਟੂ ਦਾ ਪੁਤਲਾ ਵੀ ਫੂਕਿਆ ਗਿਆ। ਭਾਜਪਾ ਵਰਕਰਾਂ ਦੇ ਵੱਲੋਂ ਮਿਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਸੰਸਦ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਵਫਦ ਦੇ ਵੱਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਤੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਵਫਦ ਰਾਜਪਾਲ ਨੂੰ ਮਿਲਣ ਦੇ ਲਈ ਪਹੁੰਚਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਪੰਜਾਬ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਤਰਨਤਾਰਨ ਵਿਖੇ ਕਿਸਾਨਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ DSP ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲਿਆਂ ਨੂੰ ਰੱਦ ਕਰਵਾਉਣ ਦੀ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਸੂਬੇ ਦੇ ਵਿੱਚ ਕੀਤੀ ਗਈ ਟਾਵਰਾਂ ਦੀ ਭੰਨਤੋੜ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਦੇ ਵੱਲੋਂ ਸੂਬਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਉੱਥੇ ਹੀ ਭਾਜਪਾ ਦੇ ਕੌਮੀ ਸਕੱਤਰ ਤਰਨਚੁਗ ਨੇ ਵੀ ਕਾਂਗਰਸ ਤੇ ਨਿਸ਼ਾਨਾ ਸਾਧਿਆ। ਜੀਓ ਟਾਵਰਾਂ ਦੀ ਭੰਨਤੋੜ ਨੂੰ ਲੈ ਕੇ ਹੁਣ ਯੂਥ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਆੜ ਦੇ ਵਿੱਚ ਕਾਂਗਰਸ ਹੀ ਸੂਬੇ ਦੀ ਸੰਪਤੀ ਖਰਾਬ ਕਰ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਏਕ ਓਂਕਾਰ ਅਤੇ ਖੰਡੇ-ਬੜੀ ਲੋਈ ਲੈਣ ਦੇ ਵਿਵਾਦ ਤੇ ਮਾਫੀ ਮੰਗ ਲਈ ਹੈ। ਸਿੱਧੂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਨੇ ਅਤੇ ਜੇਕਰ ਮੈਂ ਅਣਜਾਣੇ ਵਿੱਚ ਕਿਸੇ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਇਸ ਲਈ ਮਾਫੀ ਮੰਗਦਾ ਹਾਂ। ਹਾਲਾਂਕਿ ਸਿੱਧੂ ਨੇ ਕਿਹਾ ਹੈ ਕਿ ਲੱਖਾਂ ਲੋਕ ਆਪਣੇ ਸਰੀਰ ਪੱਗਾਂ ਅਤੇ ਕੱਪੜਿਆਂ ਤੇ ਬੜੇ ਹੀ ਮਾਣ ਦੇ ਨਾਲ ਸਤਿਕਾਰਯੋਗ ਸਿੱਖ ਚਿੰਨ੍ਹ ਬਣਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਵੀ ਇੱਕ ਨਿਮਾਣੇ ਸਿੱਖ ਦੇ ਵਾਂਗ ਅਣਜਾਣੇ ਦੇ ਵਿੱਚ ਇਹ ਲੋਈ ਪਹਿਨ ਲਈ। ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮਾਫੀ ਮੰਗਦਾ ਹਾਂ। श्रीनगर के होंकारा सार खेतर ਦੇ ਵਿੱਚ ਬੀਤੀ ਰਾਤ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ 3 ਅਤਵਾਦੀਆਂ ਨੂੰ ਮਾਰ ਮੁਕਾਇਆ। ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਤਵਾਦੀਆਂ ਦੇ ਘੇਰੇ ਤੇ ਤਲਾਸ਼ੀ ਦੇ ਦੌਰਾਨ ਸੁਰੱਖਿਆ ਦਸਤਿਆਂ ਤੇ ਹਮਲਾ ਕਰ ਦਿੱਤਾ ਗਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਘੇਰਾਬੰਦੀ ਨੂੰ ਹੋਰ ਪੁਖਤਾ ਕੀਤਾ ਗਿਆ ਹੈ। ਦੋਹਾਂ ਪਾਸੋਂ ਰਾਤ ਦੇ ਸਮੇਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। सर्च ऑपरेशन दौरान एक मकान के विच लुके अतवादियों ने जवानों के उपर गोलीबारी करनी शुरू कर दी है। गोलीबारी तो बाद फौज ने भी एनकाउंटर ऑपरेशन अंजाम दिता। गुरदासपुर साहब तो एक बार फिर नशे की खेप बरामद हुई है। इस दौरान 10 पैकेट हैरोइन समेत 2 पाकिस्तानियों को काबू किया गया है। इन्हां तस्करां दे कोलों 3 पिस्तौल 6 मैगजीन भी जब्त किए गए हैं। बहरहाल खुफिया एजेंसियां जांच के विच जुट गई हैं।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਦੇ ਕੋਲ ਬਹੁਮਤ ਹੋਣ ਦੇ ਕਾਰਨ ਉਹ ਆਪਣੀ ਮਨਮਰਜ਼ੀ ਕਰ ਰਹੇ ਨੇ। ਇਹੀ ਕਾਰਨ ਹੈ ਕਿ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। उन्होंने केंद्र सरकार ਨੂੰ अपील की है कि अड़ियल रवैया छड़ के तीनों खेती कानून रद्द किया जाए ताकि किसान अपना संघर्ष खत्म करने ते नाल रहिए कि गुलजार सिंह रनीके फिरोजपुर पहुंचे हुए सन जिथे कि उन्होंने पार्टी वर्करां नूं लामबंद किया। पिछले 5 महीने तो तनख्वाह ना मिलण करके तरनतारण दे विच मिड डे मील वर्करां दे वल्लों रोस प्रदर्शन किया गया। इस मौके यूनियन के आगू ने कहा है कि होरना ब्लाकों के मिड डे मील वर्करां की तनख्वाह समय सिर आउंदी है पर वलटोहा ब्लाक के वर्करां नूं खज्जल खुआर होना पैंदा है। अपनी मंगां नूं लैके बठिंडा के अंबेडकर पार्क के विच ईटीटी पास बेरोजगार अध्यापकों के वल्लों सूबा सरकार के खिलाफ रोस मुजाहरा किया गया। इन आगुओं के वल्लों मंग पत्र वित्त मंत्री नूं सौंपिया गया। प्रदर्शनकारियों का मंग है कि 2364 पोस्टां जो कि वाधू शर्तां रखियां गईयां ने उन्हां नूं हटाया जावे अते नवीं पोस्टां जारी कीतियां जाण। सब डिवीजन पट्टी के विच भी उसारे गए नवे जुडिशियल कोर्ट कंपलैक्स का उद्घाटन किया गया ते करोड़ों की लागत नाल तैयार कंपलैक्स का मानयोग जस्टिस अनुपिंदर सिंह गरेवाल ने उद्घाटन किया। छोटे साहिबजादियां ते माता गुजरी जी की लासानी शहादत नूं समर्पित फतेहगढ़ साहब के बाबा श्री चंद डेरे दे विच 31 श्री अखंड पाठ साहब के भोग पाए गए ने। बीस दिनों से चल रहे लंगरां दी श्रद्धालुओं ने लंगर छका के समाप्ति की गई है। दूर दराडे तो वड्डी गिणती दे विच संगत इत्थे नतमस्तक हुई। उधर ममदौर के एक पिंड दे विच उस समय स्थिति तनावपूर्ण हो गई जदों पिंड के लोगों के वल्लों छापेमारी करने वाली पुलिस पार्टी नूं घेरा पा लिया गया। इस तो बाद माहौल तनावपूर्ण बन गया। दरअसल 6 महीने पहला फिरोजपुर के पिंड चांदीवाला विखे हुए कतल के मामले दे विच पुलिस मुलजमां की तलाश कर रही सी। कतलकांड के दोषी के संबंध में पुलिस इत्थे छापेमारी करने लई पहुंची सी जिसका पिंड वासियों के वल्लों विरोध किया गया। जानकारी के मुताबिक पुलिस पार्टी के नाल आए 2 नौजवानों विचों एक जख्मी हो गया ते एक मौके तो भज्जण विच कामयाब हो गया पर जख्मी नौजवान नूं पिंड वासियां ने बाहर नहीं जाण दिता अते मौके ते पुलिस के वल्लों होर सुरक्षा बल मंगवाए गए। उधर पिंड वासियों ने यह इल्जाम लगाया कि पुलिस के नाल आए दोवें नौजवानों ने पहला पिंड के नंबरदार नूं काबू कर लिया ते हमले नूं अंजाम दिता। हुशियारपुर तो भाजपा के सीनियर नेता तीक्ष्ण सूद किसानों के खिलाफ बयानबाजी करके बुरे फस गए ने। उन्हें यह भी कहा सी कि जेकर भाजपा के वर्कर शांत हो के बैठे हैं तो इसका मतलब ये नहीं है कि वह डर गए हैं। बस इस बयान तो बाद भाजपा के इस सीनियर नेता का विरोध होना शुरू हो गया ते किसान जथेबंदियां ते होर संगठनां विच सूद के खिलाफ रोस पाया जा रहा है। कोई अनहोनी घटना ना घटे इसके लिए प्रशासन ने सूद के कर सुरक्षा बढ़ा दी है। उधर सिख मुस्लिम दलित ईसाई सांझा फ्रंट के वल्लों भी तक्षण सूद की निंदा की गई है। ते हुण एक नज़र पा लैने राष्ट्रीय खबरां ते। सुप्रीम कोर्ट ने स्थाई कमीशन देने की मंग कर रही जल सेना दीआं 10 अधिकारी बीबियां नूं कार्यमुक्त करन तो रोक लगा दी है। इन्हां अधिकारी बीबियां नूं 31 दिसंबर तक कार्यमुक्त किया जाना है। जज इंदिरा बनर्जी और जज अनुरोध बोस की बेंच ने जल सेना अधिकारियों के वल्लों पेश सीनियर एडवोकेट मीनाक्षी अरोड़ा के वल्लों मामले का जिक्र किए जाने का नोटिस लिया और अंतिम राहत दी। महाराष्ट्र सरकार ने कोरोना वायरस के प्रसार को रोकने के लिए तालाबंदी पाबंदियां 31 जनवरी 2021 तक वधा दिता है। सरकार ने लोगों को नवे साल मनाने के लिए घरों बाहर ना जाने की अपील की है। सूबा सरकार के सर्कुलर दे लोगों को अपने घरों के विच आम तरीके दे नाल नवे साल का स्वागत और समुद्र किनारे पार्कों और सड़कों ते जान तो बचने की अपील की गई है। हरियाणा के गृह मंत्री अनिल विज नूं गुरुग्राम के मेदाता हस्पताल तो छुट्टी मिल गई है। वह अंबाला के लिए रवाना हो गए ने। दसणयोग है कि कोरोना पॉजिटिव होने तो बाद अनिल विज की सेहत ज्यादा बिगड़ गई सी। इस तो पहला अंबाला अस्पताल तो गृह मंत्री अनिल विज पीजीआई रोहतक रैफर किया गया सी अते विज के फेफड़िਆਂ ਦੇ ਵਿੱਚ ਇਨਫੈਕਸ਼ਨ ਸੀ।
ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ 6ਵੇਂ ਗੇੜ ਦੀ ਗੱਲਬਾਤ ਹੋਈ ਹੈ। ਦਿੱਲੀ ਸਥਿਤ ਵਿਗਿਆਨ ਭਵਨ ਦੇ ਵਿੱਚ ਕਿਸਾਨਾਂ ਦੇ ਨਾਲ ਇਸ ਬੈਠਕ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਮੰਤਰੀ ਪੀਯੂਸ਼ ਗੋਇਲ ਦੀ ਮੌਜੂਦਗੀ ਦੇ ਵਿੱਚ ਇਹ ਗੱਲਬਾਤ ਹੋਈ ਹੈ। ਬੈਠਕ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੇ ਫਿਰ ਤੋਂ ਸਰਕਾਰ ਦੇ ਵੱਲੋਂ ਪਰੋਸਿਆ ਗਿਆ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਸਾਨਾਂ ਦੇ ਲਈ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੰਗਰ ਭੇਜਿਆ ਗਿਆ। ਇਹ ਲੰਗਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਇਆ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਨਰਿੰਦਰ ਸਿੰਘ ਤੋਮਰ ਨੇ ਵੀ ਵਿਗਿਆਨ ਭਵਨ ਦੇ ਵਿੱਚ ਦੁਪਹਿਰ ਦਾ ਭੋਜਨ ਕਿਸਾਨ ਆਗੂਆਂ ਦੇ ਨਾਲ ਕੀਤਾ। ਦੱਸੀ ਕਿ ਇਸ ਤੋਂ ਪਹਿਲਾਂ ਵੀ ਪਿਛਲੀਆਂ ਕਈ ਬੈਠਕਾਂ ਦੇ ਵਿੱਚ ਕਿਸਾਨਾਂ ਨੇ ਸਰਕਾਰ ਦੇ ਵੱਲੋਂ ਦਿੱਤਾ ਗਿਆ ਭੋਜਨ ਨਹੀਂ ਖਾਧਾ ਸੀ। ਤੇ ਹੁਣ ਇੱਕ ਨਜ਼ਰ ਅੰਤਰਰਾਸ਼ਟਰੀ ਖਬਰਾਂ ਤੇ। ਬ੍ਰਾਜ਼ੀਲ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 1111 ਵਿਅਕਤੀਆਂ ਦੀ ਮੌਤ ਵਾਇਰਸ ਦੇ ਕਾਰਨ ਹੋਈ ਹੈ। 3 ਅਕਤੂਬਰ ਤੋਂ ਬਾਅਦ ਇਹ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਹੈ। ਉੱਥੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਕੋਰੋਨਾ ਕਰਕੇ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1,92,681 ਹੋ ਗਈ ਹੈ ਤੇ 17 ਦਸੰਬਰ ਤੋਂ ਬਾਅਦ ਪਹਿਲੀ ਵਾਰ ਇੰਨੇ ਸਾਰੇ ਮਾਮਲੇ ਸਾਹਮਣੇ ਆਏ ਨੇ। ਦੇਸ਼ ਦੇ ਵਿੱਚ ਹੁਣ ਤੱਕ ਕੁੱਲ 75,63,551 ਲੋਕ ਕੋਰੋਨਾ ਦੇ ਸ਼ਿਕਾਰ ਪਾਏ ਗਏ ਨੇ। ਦੇਸ਼ ਦੇ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਦੱਖਣੀ ਪੂਰਬੀ ਸੂਬਿਆਂ ਸਾਓ ਪੌਲੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਹੁਣ ਤੱਕ 14,20,229 ਮਾਮਲੇ ਸਾਹਮਣੇ ਆਏ ਨੇ ਤੇ 46,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਆਤਮ ਵਿਸ਼ਵਾਸ ਵਧਾਉਣ ਦੇ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਬਾਅਦ ਹੁਣ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਰੋਨਾ ਵਾਇਰਸ ਦਾ ਟੀਕਾ ਮੰਗਲਵਾਰ ਨੂੰ ਲਗਵਾਇਆ। ਲਾਈਵ ਪ੍ਰਸਾਰਣ ਦੇ ਦੌਰਾਨ ਟੀਕਾਕਰਨ ਕਰਨ ਦਾ ਮਕਸਦ ਲੋਕਾਂ ਨੂੰ ਕੋਰੋਨਾ ਟੀਕੇ ਨੂੰ ਲੈ ਕੇ ਵਿਸ਼ਵਾਸ ਪਾਉਣਾ। ਦੱਸਿए कि 20 जनवरी ਨੂੰ ਜੋ ਬਾਈਡਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਜੋ ਬਾਈਡਨ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਲੜ ਰਹੇ ਲੋਕਾਂ ਨੂੰ ਪ੍ਰੇਰਣਾ ਦੇ ਰਹੇ ਨੇ। ਦੱਖਣੀ ਕੋਰੀਆ ਦੇ ਵਿਗਿਆਨੀਆਂ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਅਤੇ ਕੋਰੀਆਈ ਆਰਟੀਫੀਸ਼ੀਅਲ ਸਨ ਮਤਲਬ ਨਕਲੀ ਸੂਰਜ ਧਰਤੀ ਤੇ ਊਰਜਾ ਦਾ ਸਭ ਤੋਂ ਵੱਡਾ ਨਵਿਆਉਣਯੋਗ ਸਰੋਤ ਹੈ ਅਤੇ ਉਂਝ ਅਸੀਂ ਕੁਦਰਤੀ ਸਰੋਤ ਦੀ ਵਰਤੋਂ ਆਪਣੇ ਸਹੂਲਤਾਂ ਦੇ ਮੁਤਾਬਕ ਨਹੀਂ ਕਰ ਸਕਦੇ। यही कारण है कि दक्षिणी कोरिया ਦੇ ਵਿੱਚ ਵਿਗਿਆਨੀਆਂ ਨੇ ਇੱਕ ਨਕਲੀ ਸੂਰਜ ਬਣਾ ਲਿਆ ਹੈ ਜਿਸ ਦੇ ਨਾਲ ਧਰਤੀ ਤੇ ਸੂਰਜ ਵਰਗਾ ਉੱਚ ਤਾਪਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਧਰਤੀ ਤੇ ਨਕਲੀ ਸੂਰਜ ਨੇ ਉੱਚ ਤਾਪਮਾਨ ਤੇ ਪਲਾਜ਼ਮਾ ਕਾਇਮ ਰੱਖਣ ਦਾ ਅਜਿਹਾ ਰਿਕਾਰਡ ਬਣਾ ਦਿੱਤਾ ਹੈ ਜੋ ਹੁਣ ਤੱਕ ਸੰਭਵ ਨਹੀਂ ਸੀ ਹੋ ਪਾਇਆ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜਾਅ, ਕਿਸ ਨੂੰ ਹੋਇਆ ਫਾਇਦਾ, ਕਿਸ ਨੂੰ ਹੋਇਆ ਨੁਕਸਾਨ, ਜਾਣਾਂਗੇ ਬਿਜ਼ਨਸ ਨਿਊਜ਼ ਦੇ ਵਿੱਚ। ਬ੍ਰਿਟੇਨ ਦੇ ਰੈਗੂਲੇਟਰ MHRA ਨੇ ਆਕਸਫੋਰਡ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ। UK ਦੇ ਵਿੱਚ ਐਮਰਜੈਂਸੀ ਦੇ ਵਿੱਚ ਇਹ ਟੀਕਾ ਅਗਲੇ ਹਫ਼ਤੇ ਲਗਾਉਣਾ ਸ਼ੁਰੂ ਕੀਤਾ ਜਾ ਸਕਦਾ ਹੈ। ਐਸਟਰਾਜ਼ੈਨੇਕਾ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਵੇਂ ਸਾਲ ਦੇ ਸ਼ੁਰੂਆਤ ਦੇ ਵਿੱਚ ਟੀਕਾਕਰਨ ਸ਼ੁਰੂ ਹੋ ਸਕੇ। UK ਦੇ ਵਿੱਚ ਕੋਵਿਡ-19 ਟੀਕੇ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਭਾਰਤੀ ਰੈਗੂਲੇਟਰ ਵੀ ਇਸ ਨੂੰ ਜਲਦ ਮਨਜ਼ੂਰੀ ਦੇਣ ਤੇ ਵਿਚਾਰ ਕਰ ਸਕਦਾ ਹੈ। ਭਾਰਤ ਦੇ ਵਿੱਚ ਇਸ ਟੀਕੇ ਦੇ ਸ਼ਾਟ ਸੀਰਮ ਇੰਸਟੀਚਿਊਟ ਤਿਆਰ ਕਰ ਰਿਹਾ ਹੈ ਅਤੇ ਉਸ ਦੇ ਵੱਲੋਂ ਇੱਥੇ ਕੀਤੇ ਗਏ ਟ੍ਰਾਇਲਸ ਦੇ ਆંકੜੇ ਵੀ ਜਮ੍ਹਾਂ ਕਰਾਏ ਗਏ ਨੇ। ਬ੍ਰਿਟੇਨ ਨੇ ਤੁਰਕੀ ਦੇ ਨਾਲ ਮੰਗਲਵਾਰ ਨੂੰ ਇੱਕ ਵਪਾਰਿਕ ਸਮਝੌਤੇ ਤੇ ਦਸਤਖਤ ਕੀਤੇ ਹਨ। ਯੂਰਪੀ ਸੰਘ ਦੇ ਨਾਲ ਬ੍ਰੈਗਜ਼ਿਟ ਡੀਲ ਤੇ ਸਹਿਮਤ ਹੋਣ ਤੋਂ ਬਾਅਦ ਇਹ ਪਹਿਲਾ ਅਜਿਹਾ ਸਮਝੌਤਾ ਹੈ। UK ਦੇ ਮੀਡੀਆ ਮੁਤਾਬਕ ਦੋਵਾਂ ਦੇਸ਼ਾਂ ਦੇ ਵਪਾਰ ਮੰਤਰੀਆਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਝੌਤਾ ਕੀਤਾ ਅਤੇ 1 ਜਨਵਰੀ ਤੋਂ ਲਾਗੂ ਹੋਵੇਗਾ। 2019 ਦੇ ਵਿੱਚ ਲੰਡਨ ਤੇ ਅੰਕਾਰਾ ਦੇ ਵਿਚਕਾਰ 18.6 ਅਰਬ ਪੌਂਡ ਦਾ ਵਪਾਰ ਹੋਇਆ ਸੀ। UK ਦੀ ਕੌਮਾਂਤਰੀ ਵਪਾਰਕ ਸਕੱਤਰ ਨੇ ਕਿਹਾ ਹੈ ਕਿ ਡੀਲ ਦੇ ਨਾਲ UK ਦੇ ਨਿਰਮਾਣ, ਮੋਟਰ ਵਾਹਨ ਅਤੇ ਸਟੀਲ ਉਦਯੋਗ ਦੇ ਵਿੱਚ ਨੌਕਰੀਆਂ ਨੂੰ ਸਮਰੱਥਾ ਮਿਲੇਗੀ। ਤੇ ਹੁਣ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵੱਲ। ਸਲਮਾਨ ਖਾਨ ਨੇ ਅਕਤੂਬਰ ਵਿੱਚ ਆਪਣੀ ਆਉਣ ਵਾਲੀ ਫਿਲਮ ਰਾਧੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਬਣਨ ਤੋਂ ਬਾਅਦ ਇਸ ਨੂੰ ਸਾਲ 2021 ਦੇ ਵਿੱਚ ਈਦ ਮੌਕੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਸਲਮਾਨ ਖਾਨ ਨੇ ਆਪਣੀ ਫਿਲਮ ਦੇ ਰਾਈਟਸ ਨੂੰ 230 ਕਰੋੜ ਦੇ ਵਿੱਚ ਜ਼ੀ ਸਟੂਡੀਓ ਨੂੰ ਵੇਚ ਦਿੱਤਾ। ਇਸ ਡੀਲ ਦੇ ਨਾਲ ਸਲਮਾਨ ਖਾਨ ਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ 230 ਕਰੋੜ ਦੀ ਕਮਾਈ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੂੰ ਪਹਿਲਾਂ ਕਿਸੇ ਹੋਰ ਵੱਲੋਂ ਰਿਲੀਜ਼ ਕੀਤਾ ਜਾਣਾ ਸੀ, ਪਰ ਹੁਣ ਇਸ ਦੇ ਰਾਈਟਸ ਜ਼ੀ ਸਟੂਡੀਓ ਨੇ ਖਰੀਦ ਲਏ ਨੇ, ਸੋ ਇਸ ਫਿਲਮ ਨੂੰ ਜ਼ੀ ਸਟੂਡੀਓ ਦੇ ਵੱਲੋਂ ਹੀ ਰਿਲੀਜ਼ ਕੀਤਾ ਜਾਵੇਗਾ। ਦੱਸੀ ਕਿ ਸਲਮਾਨ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਨੇ। ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਵਿੱਚ ਅੱਜ 35ਵਾਂ ਦਿਨ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਪਹੁੰਚ ਰਹੇ ਨੇ। ਉਥੇ ਪੰਜਾਬੀ ਕਲਾਕਾਰ ਆਪਣੇ ਗੀਤ ਰਾਹੀਂ ਕਿਸਾਨਾਂ ਦਾ ਹੌਸਲਾ ਵਧਾ ਰਹੇ ਨੇ ਤੇ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਵੀ ਸੋਸ਼ਲ ਮੀਡੀਆ ਤੇ ਬਹੁਤ ਘੱਟ ਸਰਗਰਮ ਰਹਿੰਦੇ। ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਹੋਣ ਦੀ ਦੁਆਵਾਂ ਕਰਦੇ ਹੋਏ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਲੰਮੇ ਅਰਸੇ ਤੋਂ ਬਾਅਦ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਨੇ। ਅਮਰਿੰਦਰ ਗਿੱਲ ਨੇ ਆਪਣੇ ਟਵਿੱਟਰ ਤੇ ਇਹਨਾਂ ਪੋਸਟਾਂ ਦੇ ਜ਼ਰੀਏ ਕਿਸਾਨਾਂ ਦਾ ਹੌਸਲਾ ਬੁਲੰਦ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਗੇ ਨੇ। ਤੇ ਹੁਣ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਵੱਲ। ਆਸਟ੍ਰੇਲੀਆ ਦਾ ਸਾਬਕਾ ਕਪਤਾਨ ਰਿਕੀ ਪੌਂਟਿੰਗ ਮੌਜੂਦਾ ਲੜੀ ਦੇ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਆਪਣੇ ਦੇਸ਼ ਦੇ ਬੱਲੇਬਾਜ਼ਾਂ ਤੋਂ ਕਾਫੀ ਨਿਰਾਸ਼ ਦਿਖੇ ਨੇ। ਪੌਂਟਿੰਗ ਨੇ ਉਹਨਾਂ ਨੂੰ ਸਖਤ ਆਲੋਚਨਾ ਕੀਤੀ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਸਫਲਤਾ ਤੋਂ ਬਚਣ ਦੇ ਲਈ ਆਊਟ ਹੋਣ ਦੇ ਡਰ ਤੋਂ ਦੂਰ ਭੱਜਣਾ ਪਵੇਗਾ। ਇਹ ਟੈਸਟ ਕ੍ਰਿਕਟ ਮੈਚ ਦੀ ਬੱਲੇਬਾਜ਼ੀ ਨਹੀਂ ਹੈ। ਮੇਰੀ ਚਿੰਤਾ ਇਹ ਹੈ ਕਿ ਉਹਨਾਂ ਨੂੰ ਇਹ ਦੌੜਾ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗਾ ਹੈ। ਇਹ ਮੇਰਾ ਮੁੱਖ ਮੁੱਦਾ ਹੈ। ਭਾਰਤੀ ਕਪਤਾਨ ਰਾਣੇ ਨੇ ਆਸਟ੍ਰੇਲੀਆ ਦੇ ਦੂਜੇ ਮੈਚ ਦੇ ਵਿੱਚ ਹਾਰ ਕੇ ਸੀਰੀਜ਼ ਵਿੱਚ ਬਰਾਬਰੀ ਹੋਣ ਤੋਂ ਬਾਅਦ ਟੈਸਟ ਕ੍ਰਿਕਟ ਦੇ ਵਿੱਚ ਡੈਬਿਊ ਕਰਨ ਵਾਲੇ ਸ਼ੁਭਮ ਗਿੱਲ ਅਤੇ ਮੁਹੰਮਦ ਸਿਰਾਜ ਦੀ ਸ਼ਲਾਘਾ ਕੀਤੀ। ਐਡੀਲੇਡ ਦੇ ਵਿੱਚ ਪਹਿਲੇ ਟੈਸਟ ਵਿੱਚ ਘੱਟ ਟੈਸਟ ਸਕੋਰ 36 ਦੌੜਾਂ ਤੇ ਆਊਟ ਹੋਣ ਤੋਂ ਬਾਅਦ 10 ਦਿਨਾਂ ਬਾਅਦ ਭਾਰਤ ਦੇ ਆਸਟ੍ਰੇਲੀਆ 8 ਵਿਕਟਾਂ ਦੇ ਨਾਲ ਹਰਾਇਆ ਗਿਆ। ਗਿੱਲ ਨੇ 35 ਅਤੇ 45 ਦੌੜਾਂ ਦੀ ਪਾਰੀ ਖੇਡੀ, ਜਦਕਿ ਸਿਰਾਜ ਨੇ ਮੈਚ ਦੇ ਵਿੱਚ 5 ਵਿਕਟਾਂ ਹਾਸਲ ਕੀਤੀਆਂ। $2 ਲੱਖ ਪੁਰਸਕਾਰ ਰਾਸ਼ੀ ਵਾਲੇ ਏਅਰ ਥਿੰਗਸ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੇ ਵਿੱਚ ਭਾਰਤ ਦੇ ਨੰਬਰ 2 ਗ੍ਰਾਂਡ ਮਾਸਟਰ ਪਿਟਾਲਾ ਹਰੀਕ੍ਰਿਸ਼ਨਾ ਪਲੇ ਆਫ ਨਹੀਂ ਖੇਡ ਸਕੇ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਉੱਪਰ ਭਾਰਤ ਖਿਲਾਫ ਇੱਥੇ ਸੰਪੰਨ ਦੂਜੇ ਟੈਸਟ ਦੇ ਵਿੱਚ ਹੌਲੀ ਓਵਰ ਗਤੀ ਦੇ ਲਈ ਮੈਚ ਫੀਸ ਦਾ 40% ਜੁਰਮਾਨਾ ਲਗਾਇਆ ਗਿਆ ਤੇ ਨਾਲ ਹੀ ICC ਦੀ WTC ਦੇ ਵਿੱਚ 4 ਅੰਕ ਕੱਟੇ ਗਏ। ਮੈਚ ਦੌਰਾਨ ਰੈਫਰੀ ਡੇਵਿਡ ਮੂਨ ਨੇ ਦੇਖਿਆ ਕਿ ਆਸਟ੍ਰੇਲੀਆ ਟੀਮ ਨੇ ਨਿਰਧਾਰਿਤ ਸਮੇਂ ਦੇ ਵਿੱਚ 2 ਓਵਰ ਘੱਟ ਸੁੱਟੇ ਨੇ, ਜਿਸ ਤੋਂ ਬਾਅਦ ਟੀਮ ਨੂੰ ਇਹ ਸਜ਼ਾ ਸੁਣਾਈ ਗਈ ਹੈ। ਦੱਖਣੀ ਅਫਰੀਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੀ ਪਾਰੀ ਦੇ ਵਿੱਚ 45 ਦੌੜਾਂ ਦੇ ਨਾਲ ਹਰਾ ਕੇ 2 ਟੈਸਟਾਂ ਦੀ ਸੀਰੀਜ਼ ਦੇ ਵਿੱਚ 1-0 ਨਾਲ ਬੜਤ ਬਣਾ ਲਈ ਹੈ। ਫਟਾਫਟ 100 ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।